रोजगार लेना अजकल बहुत औखा हो गया। ਜਿਹੜੇ ਰੁਜ਼ਗਾਰ ਤੇ ਸੀ ਉਹਨਾਂ ਨੂੰ ਕਿਵੇਂ ਧੱਕੇ ਮਾਰੇ ਗਏ, ਕਿਵੇਂ ਕੱਢਿਆ ਗਿਆ, ਇੱਕ ਕਹਾਣੀ ਸਾਂਝੀ ਕਰਾਂਗੇ। ਤਕਰੀਬਨ 1500 ਮੁਲਾਜ਼ਮ ਕੰਮ ਕਰਦੇ ਸੀ ਪਰ ਉਹਨਾਂ ਦੇ ਨਾਲ ਧੱਕਾ ਹੋਇਆ। ਉਹ ਸਾਰੇ ਮੁਲਾਜ਼ਮ ਨੇ ਕਾਗਜ਼ਾਂ ਦੇ ਨਾਲ ਆਏ ਨੇ ਅੱਜ। देखो जी एक बहुत सोच समझ के चाल चली गई है। 1500 वर्कर के पेट के विच लत्त मारी है जी। पूरे पंजाब च ऐसा ड्रामा कदे हो ही नहीं सकता। 4 साल असीं धक्का खा रहे, साडी किसी ने नहीं सुनी। चोरां ने फैक्ट्री बंद करके नੱਠ जाना। मेरे को कम से कम जी 500-600 लैटर पिया, उत्थे डेयरी नंबर भी आ जिहड़ा फाइलों 'च बंद हो गया। सिर्फ ये कारण दस्या गया कि अपनी मर्जी नाल नौकरी छड्ड रहे हैं, या होर भी पिछे दस्या गया भी कंपनी घाटे 'च जा रही है, फैक्ट्री मुनाफे 'च नहीं है, इस करके बंद करो तो अगे नूं तुरो। ये 11 बंदियां ते परचा दर्ज करो। बंदियां नूं हरासमेंट कीती, उन्हां नूं बेरोजगार किया, उन्हां नूं मानसिक परेशानियां कीतियां, टॉर्चर किते, एक तो एक टॉर्चर किते, पर कोई FIR होई, कोई कुछ नहीं होया जी। ਤੁਹਾਡੇ ਨਾਲ ਕੀ ਹੋਇਆ, ਕਿੱਥੇ ਸਰਕਾਰੀ ਦਰਬਾਰੇ ਪਹੁੰਚ ਕੀਤੀ ਔਰ ਕਿਸ ਨੇ ਕੀ ਜਵਾਬ ਦਿੱਤਾ? ਕਹਿੰਦੇ ਕੇਸ ਵਾਪਸ ਲੈ ਲਾ। ਮੈਂ ਕਿਹਾ ਜੀ ਕੇਸ ਨਹੀਂ ਵਾਪਸ ਲੈਣਾ। ਇਹਨਾਂ ਨੇ ਜੀ ਸਾਈਨ ਧੱਕੇ ਨਾਲ ਕਰਾ ਲਏ ਮੇਰੇ ਤੋਂ। ਕਹਿੰਦੇ ਤੇਰੇ ਨਾਲ ਇਹ ਕਰ ਦੂੰਗੇ, ਤੇਰੇ ਬੱਚਿਆਂ ਨਾਲ ਕਰ ਦੂੰਗਾ। ਮੈਨੂੰ ਮਿਲ ਕੇ ਪੂਰਾ ਇਹਨਾਂ ਨੇ ਡਰਾਤਾ। ਸਾਰੇ ਬੰਦਿਆਂ ਨੂੰ ਬੁਲਾ ਕੇ ਡਰਾਉਂਦੇ ਸੀ। ਸੰਘਰਸ਼ ਚੱਲਦਾ ਸੀ ਕਿ ਅਸੀਂ ਤਾਂ ਨੌਕਰੀ ਤੇ ਰਹਿਣਾ ਜੀ, ਸਾਨੂੰ ਨਾ ਕੱਢੋ, ਸਾਡੀ ਕੋਈ ਮਰਜ਼ੀ ਨਹੀਂ ਹੈ ਜਾਣ ਦੀ। ਪਰ ਦੂਜੇ ਪਾਸੇ ਜਿਹੜੇ EMPLOYEES ਬਾਹਰ ਕੱਢੇ ਗਏ ਜਾਂ ਸਾਈਨ ਕਰਾਏ ਗਏ, ਉਹਨਾਂ ਨੂੰ ਤਾਂ ਗੱਡੀਆਂ ਆਫਰ ਦਿੱਤੀਆਂ ਗਈਆਂ, ਪੈਸੇ ਦਿੱਤੇ ਗਏ। ਤੁਸੀਂ ਵੀ ਲੈ ਕੇ ਚੁੱਪ ਕਰਕੇ ਬਹਿ ਜਾਂਦੇ। ਰੁਜ਼ਗਾਰ ਦੇ ਨਾਲ ਪੈਸੇ ਮਿਲਦੇ ਆ, ਕੀ ਮਾੜਾ? ਦੇਖੋ ਜੀ ਫਿਲਿਪਸ ਵਰਗੀ ਕੰਪਨੀ 'ਚੋਂ ਕੋਈ ਵੀ ਨੌਕਰੀ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਇਹਨਾਂ ਨੇ ਲੀਡਰਾਂ ਨੂੰ ਖਰੀਦਿਆ ਹੋਇਆ ਸੀ ਅੰਦਰ। ਉਹਨਾਂ ਨੂੰ 2-4 ਜਣਿਆਂ ਨੂੰ ਗੱਡੀਆਂ ਦਿੱਤੀਆਂ ਗਈਆਂ। ਮੈਂ ਉਹਨਾਂ ਦੇ ਨਾਮ ਵੀ ਦੱਸਾਂਗਾ। ਪੁਰਾਣੇ ਯੁੱਗ ਦੀ ਕਹਾਣੀ ਦੱਸਦੇ ਹੁੰਦੇ ਸੀ ਕਿ ਗੁਲਾਮੀ ਕਰਾਉਂਦੇ ਆ ਕਾਰਖਾਨਿਆਂ ਦੇ ਵਿੱਚ। ਕੀ ਤੁਹਾਡੇ ਨਾਲ ਹੁੰਦੀ ਰਹੀ ਗੁਲਾਮੀ ਦੇ ਵਿੱਚ ਪੀੜਤ ਰਹੇ? ਕਿਸੇ ਨੂੰ ਕਹਿਣਾ ਤੂੰ ਸਾਈਕਲਾਂ ਗਿਣ ਕੇ ਆ ਕਿੰਨੀਆਂ, ਜੇ ਉਹ ਰਿਜ਼ਾਈਨ ਨਹੀਂ ਕਰਦਾ ਸੀ। ਜਦ ਇਹ ਕੰਪਨੀ ਬੰਦ ਹੋਈ 2018 ਤੋਂ ਬਾਅਦ ਸਾਡੇ 50 ਬੰਦੇ ਮਰ ਚੁੱਕੇ ਹੋਏ ਆ ਇਸ ਟਾਈਮ। ਮਤਲਬ ਕਿ ਦਿਮਾਗ ਤੋਂ ਪਾਗਲ ਹੋ ਗਏ, ਕੁਝ ਬੈੱਡਾਂ ਤੇ ਬਹਿ ਗਏ, ਮਰ ਗਏ ਵਿਚਾਰੇ। ਬਹੁਤ ਬੁਰੀ ਹਾਲਤ ਹੈ। ਆਪਣੇ ਪਰਿਵਾਰ ਨੂੰ ਛੱਡ ਕੇ ਜਾ ਚੁੱਕੇ ਆ। ਕਿਉਂ ਗਏ? ਇਹ ਕੰਪਨੀ ਬੰਦ ਹੋਣ ਦਾ ਕਾਰਨ ਸੀ। ਇੱਕਦਮ ਗੇਟ ਬੰਦ ਕਰਕੇ ਇਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਤੁਸੀਂ ਜਾਓ ਘਰਾਂ ਨੂੰ। ਦੱਸੋ ਮੈਂ ਕਿੱਥੋਂ ਲਿਆਉਂਗਾ ਪੈਸੇ? ਮੇਰੀ 2 ਬੇਟੀਆਂ, ਮੈਂ ਉਹਨਾਂ ਦੀ ਪੜ੍ਹਾਈ ਕਿੱਦਾਂ ਕਰੂੰਗਾ ਅੱਗੇ? ਤਾਂ ਰੁਜ਼ਗਾਰ ਕੀ ਲੱਭਿਆ ਜਦੋਂ ਬਾਹਰ ਹੋ ਗਏ ਕੰਪਨੀ ਤੋਂ? ਕਿਆ ਕਰਨਾ ਜੀ? ਆਟੋ ਚਲਾਉਂਦੇ ਜੀ। ਆਟੋ 'ਚ ਕਿੰਨਾ ਬਣਦਾ ਜੀ? 10-10 ਰੁਪਏ ਇਕੱਠੇ ਕਰੀਦੇ, 500-600 ਰੁਪਏ ਦਿਹਾੜੀ ਬਣਦੀ ਹੈ। ਉਹ 'ਚੋਂ ਘਰ ਵੀ ਚਲਾਉਣਾ ਤੇ ਆਪਣਾ ਆਟੋ ਦਾ ਖਰਚਾ ਵੀ ਕੱਢਣਾ। ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ, ਸਰਕਾਰ ਦੇ ਮੰਤਰੀਆਂ ਕੋਲ ਗੱਲ ਪਹੁੰਚਾਈ ਆਪਣੀ ਕਿ ਸਾਡੀ ਆ ਮਸਲਾ ਹੱਲ ਕਰੋ ਜੀ। ਕੀ ਜਵਾਬ ਮਿਲਿਆ? ਸਰਕਾਰੀ ਦਾਇਰੇ ਨੇ ਸਾਡੀ ਇੱਕ ਨਹੀਂ ਸੁਣੀ। ਸਾਡੀ ਜਿੰਨੀ ਵੀ ਕਾਰਵਾਈਆਂ, ਜਿੰਨੇ ਵੀ ਅਸੀਂ ਲੈਟਰ ਦਿੱਤੇ, ਕੁਛ ਨਹੀਂ ਚਲਾਏ ਇਹਨਾਂ ਨੇ। ਕੋਈ ਕਾਰਵਾਈ ਨਹੀਂ ਕੀਤੀ। ਅੱਜ ਤੱਕ ਸਾਡੇ ਲੈਟਰ ਇੱਦਾਂ ਹੀ ਰੁਲ ਰਹੇ ਆ। ਕੰਪਨੀ ਨੂੰ ਬੰਦ ਕਰਾਉਣ ਦੇ ਵਿੱਚ ਲੇਬਰ ਡਿਪਾਰਟਮੈਂਟ ਦਾ ਬਲਵੀਰ ਸਿੰਘ ਸਿੱਧੂ ਹੈਗੇ, ਠੀਕ ਹੈ ਜੀ। ਇਹਨਾਂ ਬੰਦਾ ਬਹੁਤ ਤਕੜਾ ਰੋਲ ਹੈ। ਇਹਨਾਂ ਬੰਦੇ ਦੀ ਕਾਰਵਾਈ ਹੋਣੀ ਚਾਹੀਦੀ ਹੈ। ਕਿ ਫੈਕਟਰੀ ਬੰਦ ਕਰਨ ਤੋਂ ਬਾਅਦ ਜੇ ਪਲਾਟ ਵੇਚਿਆ ਗਿਆ ਤੇ ਮੁਨਾਫੇ ਕਿੰਨੇ ਹੋਏ ਔਰ ਕੌਣ ਖਾ ਗਿਆ ਮੁਨਾਫੇ? देखो जी 121 करोड़ की रजिस्ट्री है ਜਿਹੜੀ ਹੋਈ ਹੈ। ਰਜਿਸਟਰੀ ਸਾਡੇ ਕੋਲ ਪਈ ਆ। 125 ਪਲਾਟ ਬਣਾ ਦਿੱਤੇ ਗਏ। ਫਿਰ ਉਹ ਦੇਖ ਲਓ 1 4 ਕਰੋੜ ਦਾ ਇੱਕ ਪਲਾਟ ਵਿਕ ਰਿਹਾ। 125 ਨੂੰ ਤੁਸੀਂ 4 ਕਰੋੜ ਤੇ ਕਰੋ, ਕਿੱਥੇ ਜਾਂਦਾ? ਉਹ 700 ਕਰੋੜ ਦਾ ਕਪਲਾ ਸ਼ਹਿਰਾਂ ਸਾਹਮਣੇ ਆ ਰਿਹਾ ਜੀ। ਰੁਜ਼ਗਾਰ ਲੈਣਾ ਅੱਜਕੱਲ ਬਹੁਤ ਔਖਾ ਹੋ ਗਿਆ। ਜਿਹੜੇ ਰੁਜ਼ਗਾਰ ਤੇ ਸੀ ਉਹਨਾਂ ਨੂੰ ਕਿਵੇਂ ਧੱਕੇ ਮਾਰੇ ਗਏ, ਕਿਵੇਂ ਕੱਢਿਆ ਗਿਆ, ਇੱਕ ਕਹਾਣੀ ਸਾਂਝੀ ਕਰਾਂਗੇ। 2018 ਦੇ ਵਿੱਚ ਮੋਹਾਲੀ ਦੇ ਵਿੱਚ ਇੱਕ ਵੱਡੀ ਇੰਡਸਟਰੀ ਦੇ ਵਿੱਚ ਤਕਰੀਬਨ 1500 ਮੁਲਾਜ਼ਮ ਕੰਮ ਕਰਦੇ ਸੀ ਪਰ ਉਹਨਾਂ ਦੇ ਨਾਲ ਧੱਕਾ ਹੋਇਆ। ਜਿਹੜੇ ਵਿਕ ਗਏ, ਜਿਹੜੇ ਝੁਕ ਗਏ, ਜਿਨ੍ਹਾਂ ਨੂੰ ਲਾਲਚ ਦਿੱਤੇ ਗਏ, ਵਿੱਚੋਂ ਬਾਹਰ ਕਰ ਦਿੱਤਾ ਗਿਆ ਰੁਜ਼ਗਾਰ ਦੇ। ਪਰ ਜਿਹੜੇ ਅੜੇ ਸੀ ਫਾਨੇ ਵਾਂਗ, ਉਹ ਸਾਡੇ ਨਾਲ ਨੇ। ਔਰ ਫਿਲਿਪਸ EMPLOYEES ਸੰਘਰਸ਼ ਕਮੇਟੀ ਜਿਹੜੀ ਸੀ, ਉਹ ਸਾਰੇ ਮੁਲਾਜ਼ਮ ਨੇ ਕਾਗਜ਼ਾਂ ਦੇ ਨਾਲ ਆਏ ਨੇ ਅੱਜ। ਅਸੀਂ ਇਹਨਾਂ ਦੀ ਦਰਦ ਕਹਾਣੀ ਵੀ ਇਹਨਾਂ ਦੀ ਜ਼ੁਬਾਨੀ ਜਾਣਾਂਗੇ ਕਿ ਹੱਡ ਬੀਤੀ, ਇਹਨਾਂ ਨੂੰ ਕਿਵੇਂ ਧੱਕੇ ਮਾਰੇ ਗਏ, ਕਿਵੇਂ ਮਜਬੂਰ ਕੀਤਾ ਗਿਆ ਕਿ ਤੁਸੀਂ ਰੁਜ਼ਗਾਰ ਦੇ ਵਿੱਚੋਂ ਫੈਕਟਰੀ 'ਚੋਂ ਬਾਹਰ ਜੋ ਫੈਕਟਰੀਆਂ ਬੰਦ ਹੋਣਗੀਆਂ। ਹਾਲਾਂਕਿ ਦਾਅਵੇ ਬਹੁਤ ਕੀਤੇ ਜਾਂਦੇ ਨੇ ਹਰ ਸਰਕਾਰ ਦੇ ਵੱਲੋਂ ਕਿ ਅਸੀਂ ਰੁਜ਼ਗਾਰ ਲੈਣ ਦੇ ਲਈ ਵੱਡੀਆਂ ਕੰਪਨੀਆਂ ਨੂੰ ਇੱਥੇ ਸੱਦੇ ਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਨਵੈਸਟ ਕਰੋ। ਪਰ ਜਿਹੜੀਆਂ ਫੈਕਟਰੀਆਂ ਸੀ, ਜਿਹੜੇ ਕਾਰਖਾਨੇ ਚੱਲਦੇ ਸੀ, ਉਹ ਕਿਵੇਂ ਬਾਹਰ ਕੀਤੇ ਗਏ, ਕਿਸ ਦੀ ਮਿਲੀ ਭੁਗਤ ਦੇ ਨਾਲ ਇਹ ਘਪਲਿਆਂ ਨੂੰ ਵੀ ਅੰਜਾਮ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਕਰਾਂਗੇ। ਮੇਰੇ ਨਾਲ ਨੇ ਉਹੀ ਸਾਰੇ ਮੁਲਾਜ਼ਮ, ਪੀੜਤ ਮੁਲਾਜ਼ਮ। ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਨਾਮ ਜਾਣਨਾ ਚਾਹੁੰਦਾ, ਔਰ ਕੀ ਤੁਸੀਂ ਵੀ ਇਸ ਕਮੇਟੀ ਦੇ ਇਸ ਸੰਘਰਸ਼ ਦੇ ਵਿੱਚ ਪੀੜਤ ਰਹੇ ਹੋ? ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਹੈ ਜੀ। ਮੈਂ ਫਿਲਿਪਸ EMPLOYEES ਸੰਘਰਸ਼ ਕਮੇਟੀ ਦਾ ਪ੍ਰਧਾਨ ਹੈ। ਪਿਛਲੇ 4 ਸਾਲ ਤੋਂ ਜੀ ਅਸੀਂ ਲਗਾਤਾਰ ਇਹ ਲੜਾਈ ਲੜ ਰਹੇ ਹਾਂ ਜੋ 1500 ਵਰਕਰ ਨਾਲ ਹੋਈ ਆ ਜੀ। ਮੈਂ ਇਹੀ ਜਾਣਨਾ ਤੁਹਾਡੇ ਤੋਂ, ਉਸ ਤੋਂ ਬਾਅਦ ਇੱਕ ਕਰਕੇ ਸਾਡੀ ਸਾਰੀ ਹੱਡ ਬੀਤੀ ਸੁਣਾਂਗੇ ਕਿ 2018 ਦੇ ਵਿੱਚ ਉਹ ਕਿਹੜੀ ਘੜੀ ਸੀ ਜਦੋਂ ਤੁਹਾਨੂੰ ਇੱਕੋ ਵਾਰੀ ਫਰਮਾਨ ਆਉਂਦਾ ਕਿ ਇਸ ਦੇ ਉੱਤੇ ਦਸਤਖਤ ਕਰੋ ਤੇ ਬਾਹਰ ਹੋ ਜਾਓ ਤੇ ਪੈਸੇ ਲਓ, ਗੱਡੀਆਂ ਲਓ? ਦੇਖੋ ਜੀ ਇਹ ਇੱਕ ਬਹੁਤ ਸੋਚ ਸਮਝ ਕੇ ਚਾਲ ਚੱਲੀ ਗਈ ਆ, ਜਿਹਦੇ ਵਿੱਚ ਲੇਬਰ ਮੰਤਰੀ,
ਲੇਬਰ ਡਿਪਾਰਟਮੈਂਟ, ਇੰਡਸਟਰੀ ਡਿਪਾਰਟਮੈਂਟ, ਜੋ ਆਪਣਾ ਸਾਮਸੁੰਗ ਰੋਡ ਅੰਦਰ ਆ, ਇਹ ਸਾਰੇ ਮਿਲ ਕੇ 1500 ਵਰਕਰ ਦੇ ਪੇਟ ਦੇ ਵਿੱਚ ਲੱਤ ਮਾਰੀ ਆ ਜੀ। ਇਹਨਾਂ ਦੀ ਨਜ਼ਰ ਪਲਾਟ ਤੇ ਸੀਗੀ, ਪਲਾਟ ਲਈ ਇਹਨਾਂ ਨੂੰ ਲੱਗਿਆ ਕਿ ਅਸੀਂ ਇਹ 1500 ਵਰਕਰ ਕਿੱਦਾਂ ਕੱਢੀਏ। ਉਸ ਤੋਂ ਬਾਅਦ ਜੀ ਇਹਨਾਂ ਨੇ ਇੱਕ ਐਸਾ ਤਾਂਡਵ ਚੱਲਿਆ ਜੋ ਕਦੇ ਮੈਂ ਕਹਿੰਦਾ ਪੂਰੇ ਪੰਜਾਬ 'ਚ ਐਸਾ ਡਰਾਮਾ ਕਦੇ ਹੋ ਹੀ ਨਹੀਂ ਸਕਦਾ। ਦੇਖੋ ਜੀ, ਇੱਕ ਲੈਟਰ ਤੇ 700 ਬੰਦਿਆਂ ਦੇ ਪੱਕਿਆਂ ਦੇ ਸਾਈਨ ਕਰਾਣੇ ਕਿ ਡਿਊ ਟੂ ਪਰਸਨਲ ਰੀਜ਼ਨ ਮੈਂ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਰਿਹਾ ਜੀ। ਫਿਲਿਪਸ ਵਰਗੀ ਫੈਕਟਰੀ 'ਚ ਮੋਹਾਲੀ 'ਚ ਮੈਂ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਰਿਹਾ ਸੀ। ਜਿਹੜਾ ਨਹੀਂ ਕਰਦਾ ਸੀ ਜੀ, ਉਸ ਤੋਂ ਬਾਅਦ ਇਹਨਾਂ ਨੇ ਇਸ ਤਰ੍ਹਾਂ ਗੈਂਗ ਬਣਾ ਲਿੱਤਾ ਜਿੱਦਾਂ ਆਪਾਂ ਇੱਕ ਤੁਸੀਂ ਆਸ਼ਰਮ ਸੀਰੀਅਲ ਦੇਖਦੇ ਹੋਣੇ ਹੋ, ਉਹਦੇ ਵਿੱਚ ਕਿੱਦਾਂ ਸਾਰੀ ਪੁਲਿਸ ਮਿਲੀ ਹੋਈ ਆ, ਸਾਰਾ ਲੇਬਰ ਡਿਪਾਰਟਮੈਂਟ, ਇੰਡਸਟਰੀ ਡਿਪਾਰਟਮੈਂਟ। 4 ਸਾਲ ਅਸੀਂ ਧੱਕਾ ਖਾ ਰਹੇ, ਸਾਡੀ ਕਿਸੇ ਨੇ ਨਹੀਂ ਸੁਣੀ। ਅੰਤ ਵਿੱਚ ਆ ਕੇ ਸਾਡੇ MLA ਜੀ ਤੇ ਆਪਣੇ ਸਤਨਾਮ ਸਿੰਘ ਦਾਊ ਜੀ, ਇਹ ਸਾਡੀ ਇਹਨਾਂ ਨੇ ਬਾਂਹ ਫੜੀ ਆ। ਹੁਣ ਸਾਡੇ ਸਰਕਾਰ ਆਉਣ ਤੋਂ ਬਾਅਦ ਸਾਡੀ ਥੋੜੀ ਆਵਾਜ਼ ਸੁਣੀ ਜਾ ਰਹੀ ਹੈ, ਇਨਕੁਆਇਰੀ ਸ਼ੁਰੂ ਹੋਈ ਆ। ਪਿਛਲੀ ਸਰਕਾਰ ਨੇ ਤਾਂ ਸਾਡੇ ਨਾਲ ਬੇਈਮਾਨੀ ਕੀਤੀ ਆ, ਉਹ ਤੁਹਾਨੂੰ ਮੈਂ ਸੁਣਾ ਨਹੀਂ ਸਕਦਾ ਜੀ। ਮੇਰੇ ਕੋਲ ਇੰਨਾ ਫਾਈਲਾਂ ਦੀਆਂ ਫਾਈਲਾਂ ਪਈਆਂ ਜਿਹੜੀ ਅਸੀਂ ਇਹਨੂੰ ਹਰ ਐਪਲੀਕੇਸ਼ਨ ਦਿੰਦੇ ਸੀ ਕਿ ਇਹਨਾਂ ਨੇ, ਇਹ ਚੋਰਾਂ ਨੇ ਫੈਕਟਰੀ ਬੰਦ ਕਰਕੇ ਨੱਠ ਜਾਣਾ। ਮੇਰੇ ਕੋਲ ਕਮ ਸੇ ਕਮ ਜੀ 500-600 ਲੈਟਰ ਪਿਆ, ਉੱਤੇ ਡੈਰੀ ਨੰਬਰ ਵੀ ਆ ਜਿਹੜਾ ਫਾਈਲਾਂ 'ਚ ਬੰਦ ਹੋ ਗਿਆ। ਇਹ ਸਾਰਾ ਮਸਲਾ 2018 ਦਾ ਸਾਰੇ ਜਾਣਦੇ ਆ ਕਿ ਸਰਕਾਰ ਕਿਸ ਦੀ ਸੀ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਕੈਪਟਨ ਅਮਰਿੰਦਰ ਸਿੰਘ ਕੋਲ ਵੀ ਮੰਤਰਾਲੇ ਜਿਹੜੇ ਅਹਿਮ ਰਹੇ। ਉਸ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਨੂੰ ਵੀ ਉਦਯੋਗ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ। ਹਾਲਾਂਕਿ ਰਿਸ਼ਵਤ ਦੇ ਮਸਲੇ 'ਚ ਤਾਂ ਅੰਦਰ ਚਲੇ ਗਏ, ਪਰ ਤੁਹਾਡਾ ਜਿਹੜਾ ਇਹ ਮਸਲਾ ਸੀ, ਤੁਹਾਨੂੰ ਦਲੀਲਾਂ ਕੀ ਦਿੱਤੀਆਂ ਗਈਆਂ? ਸਿਰਫ ਇਹ ਕਾਰਨ ਦੱਸਿਆ ਗਿਆ ਕਿ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਰਹੇ ਆ, ਜਾਂ ਹੋਰ ਵੀ ਪਿੱਛੇ ਦੱਸਿਆ ਗਿਆ ਵੀ ਕੰਪਨੀ ਘਾਟੇ 'ਚ ਜਾ ਰਹੀ ਹੈ, ਫੈਕਟਰੀ ਮੁਨਾਫੇ 'ਚ ਨਹੀਂ ਹੈ, ਇਸ ਕਰਕੇ ਬੰਦ ਕਰੋ ਤੇ ਅੱਗੇ ਨੂੰ ਤੁਰੋ? ਸਰ, ਇਹ ਕੀ ਸੀ? ਇਹ ਫੈਕਟਰੀ ਦਾ ਹਮੇਸ਼ਾ ਨਾਮ ਬਦਲਦਾ ਰਹਿੰਦਾ ਸੀ। ਪਹਿਲਾਂ ਫਿਲਿਪਸ ਸੀ, ਫਿਰ ਫਿਲਿਪਸ ਇਲੈਕਟ੍ਰੋਨਿਕ ਹੋਈ ਹੈ, ਐਸੀ ਇਹਦਾ ਨਾਮ ਚੇਂਜ ਹੁੰਦਾ ਰਿਹਾ ਸੀ, ਨਾਮ ਕੰਪਨੀ ਦਾ ਚੇਂਜ ਹੁੰਦਾ ਸੀ, ਪਰ ਸਾਡੇ ਬੈਨੀਫਿਟ ਸੇਮ ਰਹਿੰਦੇ ਸੀ। ਉਹ ਸਾਡੇ ਕੋਲ ਲੈਟਰਾਂ ਵੀ ਪਈਆਂ। ਲਾਸਟ ਵਿੱਚ ਇਹ ਕਹਿੰਦੇ ਜੀ ਕੰਪਨੀ ਦਾ ਨਾ ਸਿਗਨੀਫਾਈ ਹੋ ਰਿਹਾ, ਜੋ ਹੋ ਵੀ ਗਿਆ, ਤੁਹਾਨੂੰ ਅਸੀਂ ਕੰਟਰੈਕਟ ਤੇ ਰੱਖਾਂਗੇ, ਬਾਅਦ ਵਿੱਚ ਤੁਹਾਨੂੰ ਫਿਰ ਰੈਗੂਲਰ ਕਰ ਦਾਂਗੇ ਕਿ ਅਸੀਂ ਕੋਸਟ ਉੱਪਰ ਘੱਟ ਦਿਖਾਣੀ ਆ। ਬਸ ਇਸ ਚੱਕਰ 'ਚ ਗਰੀਬਾਂ ਨੇ 420 ਕੀਤੀ ਆ, ਤੇ ਉਸ ਤੋਂ ਬਾਅਦ ਇਹਨਾਂ ਨੇ ਸਾਈਨ ਕਰਾਉਣੇ ਸ਼ੁਰੂ ਕਰ ਦਿੱਤੇ। ਤੇ 2008, 9, 18 ਨੂੰ ਫੈਕਟਰੀ ਤੇ ਤਾਲਾ ਲਾ ਦਿੱਤਾ। ਉਹਦੇ ਅਸੀਂ ਫਟਾਫਟ ਜਾ ਕੇ SSP ਮੋਹਾਲੀ ਨੂੰ ਡੈਰੀ ਨੰਬਰ ਕੰਪਲੇਂਟ ਦਿੱਤੀ ਹੈ ਕਿ ਇਹ 11 ਬੰਦਿਆਂ ਤੇ ਪਰਚਾ ਦਰਜ ਕਰੋ ਕਿ ਸਾਰਾ ਗਪਲਾ ਜੀ, ਬੰਦਿਆਂ ਨੂੰ ਹਰਾਸਮੈਂਟ ਕੀਤੀ, ਉਹਨਾਂ ਨੂੰ ਬੇਰੁਜ਼ਗਾਰ ਕੀਤਾ, ਉਹਨਾਂ ਨੂੰ ਮਾਨਸਿਕ ਪਰੇਸ਼ਾਨੀਆਂ ਕੀਤੀਆਂ, ਟੌਰਚਰ ਕੀਤੇ, ਇੱਕ ਤੋਂ ਇੱਕ ਟੌਰਚਰ ਕੀਤੇ, ਪਰ ਕੋਈ FIR ਹੋਈ, ਕੋਈ ਕੁਝ ਨਹੀਂ ਹੋਇਆ ਜੀ। ਬਾਈ ਜੀ, ਤੁਹਾਡਾ ਕੀ ਨਾਮ ਹੈ? ਤੁਸੀਂ ਵੀ ਇਸ ਮਸਲੇ ਵਿੱਚ ਪੀੜਤ ਹੋ, ਤਾਂ ਫਿਰ ਤੁਹਾਡੇ ਨਾਲ ਕੀ ਹੋਇਆ? ਕਿੱਥੇ ਸਰਕਾਰੀ ਦਰਬਾਰੇ ਪਹੁੰਚ ਕੀਤੀ ਔਰ ਕਿਸ ਨੇ ਕੀ ਜਵਾਬ ਦਿੱਤਾ? ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਮੈਂ ਵੀ ਇੱਕ ਪੀੜਤ ਮੁਲਾਜ਼ਮ ਹੀ ਹਾਂ ਜੀ। ਆਹ ਮੇਰੇ ਕੋਲ ਇੱਕ ਕੰਪਲੇਂਟ ਹੈ ਜੀ 25/8/18 ਦੀ। ਮੈਨੂੰ ਇਹਨਾਂ ਨੇ ਸਵੇਰੇ ਡਿਊਟੀ ਤੋਂ ਬੁਲਾ ਕੇ ਆਫਿਸ ਦੇ ਵਿੱਚ ਬੁਲਾਇਆ, ਕਹਿੰਦੇ ਕਿ ਤੂੰ ਕੇਸ ਪਾਇਆ। ਮੈਂ ਕਿਹਾ ਜੀ ਹਾਂਜੀ ਕੇਸ ਪਾਇਆ। ਕਹਿੰਦੇ ਕੇਸ ਵਾਪਸ ਲੈ ਲਾ। ਮੈਂ ਕਿਹਾ ਜੀ ਕੇਸ ਨਹੀਂ ਵਾਪਸ ਲੈਣਾ। ਕਹਿੰਦੇ ਨਹੀਂ ਕੇਸ ਵਾਪਸ ਲੈਣਾ ਪੈਣਾ, ਨਹੀਂ ਤੈਨੂੰ ਇਹ ਕਰ ਦੂੰਗੇ, ਉਹ ਕਰ ਦੂੰਗੇ, ਤੇਰੇ ਤੋਂ ਕੁਝ ਵੀ ਆਪਾਂ ਐਕਸ਼ਨ ਲੈ ਸਕਦੇ ਹਾਂ। ਇਹ ਤੁਹਾਨੂੰ ਧਮਕੀਆਂ ਜਾਂ ਤੁਹਾਨੂੰ ਲਾਲਚ ਕੌਣ ਦੇ ਰਿਹਾ ਸੀ? ਇਹ ਖੁੱਲੀ ਧਮਕੀਆਂ ਸੀ। ਜਿਹੜੇ ਉੱਥੇ SK ਸਾਗਰ ਸੀ ਮੈਨੇਜਰ, ਪ੍ਰੋਡਕਸ਼ਨ ਆਪਣਾ ਮੈਨੇਜਰ ਸੀ, ਇਹ ਸਾਰੇ ਬੰਦਿਆਂ ਨੂੰ ਬੁਲਾ ਕੇ ਡਰਾਉਂਦੇ ਸੀ। ਆਫਿਸ 'ਚ ਬੁਲਾ ਲੈਣਾ, ਕਿਸੇ ਨੂੰ ਕਿੱਥੇ ਬਿਠਾ ਕੇ ਰੱਖਣਾ ਸਾਰੀ ਦਿਹਾੜੀ, ਕਿਸੇ ਨੂੰ ਕਹਿਣਾ ਤੂੰ ਸਾਈਕਲਾਂ ਗਿਣ ਕੇ ਆ ਕਿੰਨੀਆਂ, ਜੇ ਉਹ ਰਿਜ਼ਾਈਨ ਨਹੀਂ ਕਰਦਾ ਸੀ। ਮੈਨੂੰ ਇਹਨਾਂ ਨੇ ਬੁਲਾ ਕੇ ਇੱਕ ਕੋਰੇ ਕਾਗਜ਼ ਤੇ ਸਾਈਨ ਕਰਾ ਲਏ, ਕਹਿੰਦੇ ਅਸੀਂ ਤੇਰਾ ਲਿਖ ਰਿਹਾ ਕਿ ਤੂੰ ਕੇਸ ਵਾਪਸ ਲੈ ਲੈ। ਮੈਂ ਕਿਹਾ ਮੈਂ ਕੇਸ ਨਹੀਂ ਵਾਪਸ ਲੂੰਗਾ, ਜਦ ਤੱਕ ਮੈਂ ਨਹੀਂ ਸਾਈਨ ਕਰੂੰਗਾ ਮੈਂ ਕਿੱਦਾਂ ਕੇਸ ਵਾਪਸ ਲੈ ਲੂੰਗਾ। ਇਹਨਾਂ ਨੇ ਜੀ ਸਾਈਨ ਧੱਕੇ ਨਾਲ ਕਰਾ ਲਏ ਮੇਰੇ ਤੋਂ, ਕਹਿੰਦੇ ਤੇਰੇ ਨਾਲ ਇਹ ਕਰ ਦੂੰਗੇ, ਤੇਰੇ ਬੱਚਿਆਂ ਨਾਲ ਕਰ ਦੂੰਗਾ। ਮੈਨੂੰ ਮਿਲ ਕੇ ਪੂਰਾ ਇਹਨਾਂ ਨੇ ਡਰਾਤਾ। ਮੈਂ ਹੁਣ ਕੀ ਕਰਦਾ ਜੀ, ਡਰ ਕੇ ਮੈਂ ਆਪਣੇ ਬੱਚਿਆਂ ਦੇ ਖਾਤਰ ਸਾਈਨ ਕਰਤੇ। ਮੈਨੂੰ ਨਹੀਂ ਪਤਾ ਇਹਨਾਂ ਨੇ ਐਪਲੀਕੇਸ਼ਨ ਦੇ ਵਿੱਚ ਕੀ ਲਿਖਿਆ। ਕਹਿੰਦੇ ਅਸੀਂ ਲਿਖਤਾ ਵੀ ਤੂੰ ਕੇਸ ਵਾਪਸ ਲੈ ਰਿਹਾ। ਮੈਂ ਕਿਹਾ ਮੈਂ ਜਦ ਤੱਕ ਸਾਈਨ ਨਹੀਂ ਕਰੂੰਗਾ ਮੈਂ ਨਹੀਂ ਕਰਾਂ। ਕਹਿੰਦੇ ਅਸੀਂ ਤੇਰੇ ਸਾਈਨ ਨਕਲੀ ਕਰ ਦੂੰਗੇ। ਮੈਂ ਕਰਕੇ ਦਿਖਾਓ, ਮੈਂ ਹੋਰ ਕੇਸ ਪਾਊਂਗਾ ਤੁਹਾਡੇ ਤੇ ਇਹਨਾਂ ਨੇ ਮੈਨੂੰ ਡਰਾ ਡਰੂ ਕੇ ਕਿ ਇਸ ਤਰ੍ਹਾਂ ਤੱਕ ਪਾ ਕੇ ਇਹਨਾਂ ਨੇ ਕਰਤਾ, ਮੈਂ ਸਾਈਨ ਨਹੀਂ ਕਰੇ। ਪਤਾ ਨਹੀਂ ਇਹਨਾਂ ਨੇ ਮੇਰੇ ਜਾਲੀ ਸਾਈਨ ਕਰੇ ਕਿ ਮੈਂ ਫਿਰ ਉਹਦੇ ਬਾਅਦ SSP ਕੋਲ ਕੰਪਲੇਂਟ ਦਿੱਤੀ ਸੀ, ਤੇ ਮੇਰੀ ਐਪਲੀਕੇਸ਼ਨ ਤੇ ਵੀ ਕੋਈ ਸੁਣਵਾਈ ਨਹੀਂ ਹੋਈ। ਉਹਨੂੰ ਵੀ ਠੰਡੇ ਪਸਤੇ 'ਚ ਪਾਤਾ, 2-3 ਵਾਰੀ ਪੇਸ਼ੀਲ ਪਾਈ। ਮੈਂ ਸਾਰੀਆਂ ਦਸੀਆਂ ਉਹਨਾਂ ਨੂੰ ਕੰਪਲੇਂਟਾਂ ਵੀ ਆਹ ਚੀਜ਼ ਮੇਰੇ ਨਾਲ ਕੀਤੀ ਹੈ ਇਹਨਾਂ ਨੇ, ਕ੍ਰਿਮੀਨਲ ਕੀਤਾ ਇਹਨਾਂ ਨੇ ਮੇਰੇ ਤੇ, ਮੈਨੂੰ ਧਮਕਾਇਆ ਇਹਨਾਂ ਨੇ। ਨਹੀਂ ਜੀ ਉਹਨਾਂ ਨੇ ਨਹੀਂ ਸੁਣੀ। 1-2 ਵਾਰੀ ਮੈਨੂੰ ਬੁਲਾਇਆ, ਕਹਿੰਦੇ ਜੀ ਅਸੀਂ ਕਰਤੇ ਗੋਲ ਕਰਤੀ, ਮਤਲਬ ਕਿ ਠੰਡੇ ਪਸਤੇ 'ਚ ਪਾਤੀ। ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇੱਕ ਪਾਸੇ ਤੁਹਾਡਾ ਇਹ ਸੰਘਰਸ਼ ਚੱਲਦਾ ਸੀ ਕਿ ਅਸੀਂ ਤਾਂ ਨੌਕਰੀ ਤੇ ਰਹਿਣਾ ਜੀ, ਸਾਨੂੰ ਨਾ ਕੱਢੋ, ਸਾਡੀ ਕੋਈ ਮਰਜ਼ੀ ਨਹੀਂ ਹੈ ਜਾਣ ਦੀ, ਪਰ ਦੂਜੇ ਪਾਸੇ ਜਿਹੜੇ EMPLOYEES ਬਾਹਰ ਕੱਢੇ ਗਏ ਜਾਂ ਸਾਈਨ ਕਰਾਏ ਗਏ, ਉਹਨਾਂ ਨੂੰ ਤਾਂ ਗੱਡੀਆਂ ਆਫਰ ਦਿੱਤੀਆਂ ਗਈਆਂ, ਪੈਸੇ ਦਿੱਤੇ ਗਏ, ਤੁਸੀਂ ਵੀ ਲੈ ਕੇ ਚੁੱਪ ਕਰਕੇ ਬਹਿ ਜਾਂਦੇ। ਰੁਜ਼ਗਾਰ ਦੇ ਨਾਲ ਪੈਸੇ ਮਿਲਦੇ ਆ, ਕੀ ਮਾੜਾ? ਦੇਖੋ ਜੀ, ਫਿਲਿਪਸ ਵਰਗੀ ਕੰਪਨੀ 'ਚੋਂ ਕੋਈ ਵੀ ਨੌਕਰੀ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਇਹਨਾਂ ਨੇ ਲੀਡਰਾਂ ਨੂੰ ਖਰੀਦਿਆ ਹੋਇਆ ਸੀ ਅੰਦਰ। ਜਿਹੜੀ ਸਾਡੀ ਯੂਨੀਅਨ ਬਣਾਈ ਗਈ ਸੀ ਸਾਰੇ ਵਰਕਰ ਵੱਲੋਂ, ਉਹਨਾਂ ਨੂੰ 2-4 ਜਣਿਆਂ ਨੂੰ ਗੱਡੀਆਂ ਦਿੱਤੀਆਂ ਗਈਆਂ। ਮੈਂ ਉਹਨਾਂ ਦੇ ਨਾਮ ਵੀ ਦੱਸਾਂਗਾ। ਇੱਕ ਕੇਸਰ ਸਿੰਘ ਸੀ, ਇੱਕ ਸੋਨ ਲਾਲ। ਇਹਨਾਂ ਨੂੰ ਗੱਡੀਆਂ ਦਿੱਤੀਆਂ ਕਿ ਇਹਨਾਂ ਨੇ ਅੰਦਰ ਇੱਕ ਬਦਮਾਸ਼ ਬਣਾ ਕੇ ਰੱਖਿਆ ਸੀ ਵੀ ਤੁਸੀਂ ਜਾਓ 5-5 ਬੰਦੇ ਲੈ ਕੇ ਆਓ, 10 ਬੰਦੇ ਲੈ ਕੇ ਆਓ, ਤੁਸੀਂ ਰਿਜ਼ਾਈਨ ਕਰਵਾਉਣੇ ਆ।
ਤੁਹਾਨੂੰ ਹੋਰ ਕਮਿਸ਼ਨ ਮਿਲੇਗੀ ਉਸ ਬੰਦੇ ਤੇ, ਪਰ ਬੰਦੇ ਤੁਹਾਨੂੰ ਕਮਿਸ਼ਨ ਮਿਲੇਗੀ। ਤੁਸੀਂ ਤਾਂ 20 ਲਿਆਓ, 50 ਲਿਆਓ, 5 ਲਿਆਓ, ਤੁਸੀਂ ਲਿਆ ਕੇ ਸਾਈਨ ਕਰਵਾਉਣੇ ਆ ਸਾਡੇ ਕੋਲ ਆਫਿਸ 'ਚ। ਇਹ ਹੁੰਦਾ ਰਿਹਾ ਜੀ। ਇਹ ਸਾਈਨ ਵੀ ਤਾਂ ਹੀ ਹੁੰਦੇ ਰਹੇ ਇਸ ਐਪਲੀਕੇਸ਼ਨ ਤੇ। ਇਹ ਐਪਲੀਕੇਸ਼ਨ ਕਿਸੇ ਵਰਕਰ ਨੂੰ ਪਤਾ ਨਹੀਂ ਸੀ ਕਿਆ ਲਿਖਿਆ, ਵਿੱਚ ਨਹੀਂ ਵੀ ਸੀ ਪੜ੍ਹੇ ਲਿਖੇ, ਤਾਂ ਅਸੀਂ ਮਾੜਾ ਮੋਟਾ ਦੇਖ ਲਿਆ ਵੀ ਅਸੀਂ ਨਹੀਂ ਕਰਨੇ ਇਸ ਤੇ ਸਾਈਨ। ਪਰ ਕੁਝ ਲੋਕ ਆਏ ਹੋਏ ਸੀ ਜੀ ਬਿਲਕੁਲ ਨਹੀਂ ਸੀ ਪੜ੍ਹੇ, ਉਹਨਾਂ ਤੋਂ ਅੰਗੂਠੇ ਲਵਾ ਕੇ ਇਹਨਾਂ ਨੇ ਜ਼ਬਰਦਸਤੀ ਸਾਈਨ ਕਰਾਏ। SK ਸਾਗਰ ਔਰ ਸਾਡੀ ਯੂਨੀਅਨ ਕੇਸਰ ਸਿੰਘ ਔਰ ਸੋਨ ਲਾਲ, ਇਹਨਾਂ ਨੇ ਰਲ ਕੇ ਇੰਨਾ ਟਾਂਡਮ ਮਚਾਇਆ ਅੰਦਰ। ਬੰਦਿਆਂ ਨੂੰ ਪੱਠੀਆਂ ਦੇ ਅੱਗੇ ਖੜਾ ਦੇਣਾ, ਤੂੰ ਸਾਈਕਲਾਂ ਗਿਣ ਕੇ ਆ, ਤਾਰਾਂ ਗਿਣ ਕੇ ਆ, ਉਹਦੀ ਲਾਈਟ ਲੱਗੀ ਕਿ ਨਹੀਂ, ਉਹਦੀ ਟੱਲੀ ਲੱਗੀ ਕਿ ਨਹੀਂ, ਗਿਣਤੀ ਕਰਕੇ ਆਣਾ ਹੀ ਬੰਦੇ ਨੇ, ਫਿਰ ਉਹਨੂੰ ਭੇਜ ਦੇਣਾ। ਜਾਂ ਹੁਣ ਤੂੰ ਆਹ ਗਿਣ ਕੇ ਆ, ਕਿੰਨੀਆਂ ਸਾਈਕਲਾਂ ਨੇ ਟੋਟਲ, 100 ਹੈ, 50 ਹੈ, 200, 300 ਗਿਣ ਕੇ ਆ। ਉਹਨੂੰ ਮਤਲਬ ਕਿ ਇੰਨਾ ਟੌਰਚਰ ਕਰਨਾ, ਉਹ ਬੰਦਾ ਪਰੇਸ਼ਾਨ ਹੋ ਕੇ। ਇਹ ਜਿਹੜੀ ਕਹਾਣੀ ਤੁਸੀਂ ਦੱਸ ਰਹੇ ਹੋ ਉਦਯੋਗਾਂ ਕਾਰਖਾਨਿਆਂ ਦੀ, ਇਹ ਪੁਰਾਣੇ ਯੁੱਗ ਦੀ ਕਹਾਣੀ ਦੱਸਦੇ ਹੁੰਦੇ ਸੀ ਕਿ ਗੁਲਾਮੀ ਕਰਾਉਂਦੇ ਆ ਕਾਰਖਾਨਿਆਂ ਦੇ ਵਿੱਚ। ਕੀ ਤੁਹਾਡੇ ਨਾਲ ਹੁੰਦੀ ਰਹੀ, ਗੁਲਾਮੀ ਦੇ ਵਿੱਚ ਪੀੜਤ ਰਹੇ? ਬਿਲਕੁਲ ਜੀ, ਸਾਡੇ ਅੱਜ ਵੀ ਵਰਕਰ ਉਹ ਹੈਗੇ ਨੇ। ਉਹ ਵਰਕਰਾਂ ਨੂੰ ਅਸੀਂ ਲਿਆਉਂਗੇ, ਜਿਸ ਤਰ੍ਹਾਂ ਸਾਡੇ ਨਾਲ ਬੀਤੀ ਉਹ ਵੀ ਆਪ ਦੱਸਣਗੇ, ਜਿਨ੍ਹਾਂ ਨੇ ਸਾਈਕਲਾਂ ਗਿਣੀਆਂ, ਤਾਰਾਂ ਗਿਣੀਆਂ, ਬੈੱਡਾਂ ਤੇ ਵੀ ਪਏ ਆ। ਔਰ ਸਾਡੇ ਇਸ ਫੈਕਟਰੀ ਬੰਦ ਹੋਣ ਤੋਂ ਬਾਅਦ, ਜਦ ਇਹ ਫੈਕਟਰੀ ਬੰਦ ਹੋਈ, ਸਾਡੇ ਵਰਕਰ ਬਿਲਕੁਲ ਫਿੱਟ ਸੀ, ਬਿਲਕੁਲ ਫਿੱਟ ਸੀ, ਕਿਸੇ ਨੂੰ ਕੋਈ ਕੁਝ ਨਹੀਂ ਸੀ। ਜਦ ਇਹ ਕੰਪਨੀ ਬੰਦ ਹੋਈ 2018 ਤੋਂ ਬਾਅਦ, ਸਾਡੇ 50 ਬੰਦੇ ਮਰ ਚੁੱਕੇ ਹੋਏ ਆ ਇਸ ਟਾਈਮ, ਆਪਣੇ ਪਰਿਵਾਰ ਨੂੰ ਛੱਡ ਕੇ ਜਾ ਚੁੱਕੇ ਆ। ਕਿਉਂ ਗਏ? ਇਹ ਕੰਪਨੀ ਬੰਦ ਹੋਣ ਦਾ ਕਾਰਨ ਸੀ। ਇੱਕਦਮ ਉਹਨਾਂ ਤੇ ਟੈਨਸ਼ਨ ਆ ਗਈ, ਇੱਕਦਮ ਗੇਟ ਬੰਦ ਕਰਕੇ ਇਹਨਾਂ ਨੇ ਸਾਨੂੰ ਕਹਿਤਾ ਕਿ ਤੁਸੀਂ ਜਾਓ ਘਰਾਂ ਨੂੰ, ਨੌਕਰੀ ਆਪਣੀ ਦੇਖ ਲਓ। ਉਹ ਬੰਦੇ ਇੰਨੇ ਟੈਂਪਰੇਚਰ ਮਤਲਬ ਕਿ ਦਿਮਾਗ ਤੋਂ ਪਾਗਲ ਹੋ ਗਏ, ਕੁਝ ਬੈੱਡਾਂ ਤੇ ਬਹਿ ਗਏ, ਮਰ ਗਏ ਵਿਚਾਰੇ। ਬਹੁਤ ਬੁਰੀ ਹਾਲਤ ਹੈ ਇਸ ਟਾਈਮ। ਫਿਲਿਪਸ ਦਾ ਜਿੰਨਾ ਵਰਕਰ ਹੈ, ਅਸੀਂ ਹਰ ਵਾਰੀ ਇੰਟਰਵਿਊ 'ਚ ਕਹਿੰਦੇ ਹਾਂ ਬਹੁਤ ਬੁਰੀ ਹਾਲਤ ਹੈ। ਮੈਂ ਖੁਦ ਆ ਦੇਖੋ ਜੀ, ਮੇਰੇ ਕੋਲ ਇੱਕ ਫੋਨ ਹੈ, ਇਹ ਤੇ 1700 ਰੁਪਈਆ ਖਰਚਾ ਆਣਾ। ਮੇਰੇ ਕੋਲ 1700 ਰੁਪਈਆ ਨਹੀਂ ਹੈਗਾ ਇਸ ਤੇ ਲਗਾਉਣ ਲਈ। ਦੱਸੋ ਮੈਂ ਕਿੱਥੋਂ ਲਿਆਉਂਗਾ ਪੈਸੇ? ਮੇਰੀ 2 ਬੇਟੀਆਂ, ਮੈਂ ਉਹਨਾਂ ਦੀ ਪੜ੍ਹਾਈ ਕਿੱਦਾਂ ਕਰੂੰਗਾ ਅੱਗੇ? ਉਸ ਤੋਂ ਬਾਅਦ ਕੰਮਕਾਜ ਕੀ ਕੀਤਾ, ਰੁਜ਼ਗਾਰ ਕੀ ਲੱਭਿਆ ਜਦੋਂ ਬਾਹਰ ਹੋ ਗਏ ਕੰਪਨੀ ਤੋਂ? ਕਿਆ ਕਰਨਾ ਜੀ, ਆਟੋ ਚਲਾਉਂਦੇ ਜੀ। ਆਟੋ 'ਚ ਕਿੰਨਾ ਬਣਦਾ ਜੀ? 10-10 ਰੁਪਏ ਇਕੱਠੇ ਕਰੀਦੇ, 500-600 ਰੁਪਏ ਦਿਹਾੜੀ ਬਣਦੀ ਹੈ। ਉਹ 'ਚੋਂ ਘਰ ਵੀ ਚਲਾਉਣਾ ਤੇ ਆਪਣਾ ਆਟੋ ਦਾ ਖਰਚਾ ਵੀ ਕੱਢਣਾ। ਇਹ ਬੜੀ ਤਰਾਸਦੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਵਰਕਰਾਂ ਦੇ ਨਾਲ ਧੱਕਾ ਹੋਇਆ। ਉਸ ਤੋਂ ਬਾਅਦ ਤੁਸੀਂ ਸਰਕਾਰੀ ਦਰਬਾਰੇ ਅਪੀਲ ਕੀਤੀ ਹੋਣੀ, ਫੈਕਟਰੀ ਵਿੱਚ ਸੁਣਿਆ ਨਹੀਂ ਜਾ ਰਿਹਾ, ਤੁਹਾਨੂੰ ਲੱਗਿਆ ਕਿ ਸਾਰੇ ਆਪਸ ਦੇ ਵਿੱਚ ਮਿਲ ਗਿਆ, ਸਾਡੀ ਸੁਣਵਾਈ ਨਹੀਂ ਆ। ਜਦੋਂ ਤੁਸੀਂ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ, ਸਰਕਾਰ ਦੇ ਮੰਤਰੀਆਂ ਕੋਲ ਗੱਲ ਪਹੁੰਚਾਈ ਆਪਣੀ ਕਿ ਸਾਡੀ ਆ ਮਸਲਾ ਹੱਲ ਕਰੋ ਜੀ, ਕੀ ਜਵਾਬ ਮਿਲਿਆ? ਸਰ ਸਰਕਾਰੀ ਦਾਇਰੇ ਨੇ ਸਾਡੀ ਇੱਕ ਨਹੀਂ ਸੁਣੀ। ਸਾਡੀ ਜਿੰਨੀ ਵੀ ਕਾਰਵਾਈਆਂ, ਜਿੰਨੇ ਵੀ ਅਸੀਂ ਲੈਟਰ ਦਿੱਤੇ, ਕੁਝ ਨਹੀਂ ਚਲਾਏ ਇਹਨਾਂ ਨੇ, ਕੋਈ ਕਾਰਵਾਈ ਨਹੀਂ ਕੀਤੀ। ਅੱਜ ਤੱਕ ਸਾਡੇ ਲੈਟਰ ਇਦਾਂ ਹੀ ਰੁਲ ਰਹੇ ਆ। ਜਦੋਂ ਇਹਨਾਂ ਦੀ ਕੰਪਨੀ ਦੀ ਰਜਿਸਟਰੀ ਹੋਈ, ਉਸ ਟਾਈਮ ਬਹੁਤ ਤਕੜਾ ਖੇਲ ਖੇਲਿਆ ਗਿਆ। ਅਸੀਂ ਬਲਵੀਰ ਸਿੱਧੂ ਕੋਲ ਗਏ, ਜਿਹੜੇ ਕਿ ਵਿੱਤ ਮੰਤਰੀ ਹੁੰਦੇ ਸੀਗੇ ਆਪਣੇ, ਇਹ ਕਿਰਤ ਮੰਤਰੀ ਸੌਰੀ, ਠੀਕ ਹੈ ਜੀ। ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਵੀ ਜਿਹੜੀ ਕੰਪਨੀ ਦੇ ਉੱਪਰ 400 ਕੇਸ ਚੱਲ ਰਹੇ ਆ, ਉਹ ਕੰਪਨੀ ਕਦੇ ਵਿਕੇ ਨਹੀਂ ਸਕਦੀ। ਸ਼ਾਮ ਸੁੰਦਰ ਅਰੋੜਾ ਵੀ ਉੱਥੇ ਸੀਗੇ, ਉਹ ਵਿਜ਼ਿਟ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ, ਠੀਕ ਹੈ। ਖੁਦ ਗਏ ਸੀ ਉਸ ਗੱਲਬਾਤ? ਸਾਡੀ ਟੀਮ ਖੁਦ ਗਈ ਸੀਗੀ ਜਿੱਥੇ। ਉਹਨਾਂ ਨੇ ਸਾਨੂੰ ਤਹਿਸੀਲਦਾਰ ਕੋਲ ਭੇਜਿਆ, DC ਕੋਲ ਭੇਜਿਆ, ਬਟ ਉਹਨਾਂ ਨੇ ਇੱਕ ਵਾਰ ਸਾਡੀ ਰਸੀਵਿੰਗਾਂ ਦੇਖੋ, ਸਾਰੀਆਂ ਰਸੀਵਿੰਗਾਂ ਆਪਣੇ ਕੋਲ ਹੈਗੀਆਂ। ਉਹਨਾਂ ਨੇ ਇੱਕ ਵਾਰ ਸਾਨੂੰ ਬੋਲਦਾ ਵੀ ਕੋਈ ਗੱਲ ਨਹੀਂ, ਤੁਹਾਡੀ ਰਜਿਸਟਰੀ ਨਹੀਂ ਅਸੀਂ ਕਰੂੰਗੇ, ਜਦੋਂ ਵੀ ਕੋਈ ਗੱਲਬਾਤ ਹੋਏਗੀ ਤੁਹਾਡੇ EMPLOYEES ਨੂੰ ਬੁਲਾਇਆ ਜਾਏਗਾ। ਕੀ ਜਿਹੜੀਆਂ ਗੱਲਾਂ ਦਾ ਵਿਸ਼ਵਾਸ ਦਿਵਾਇਆ ਹੋਈਆਂ ਪੂਰੀਆਂ? ਨਹੀਂ ਜੀ, ਪੂਰੀ ਨਹੀਂ ਹੋਈ। ਸ਼ਾਮ ਨੂੰ 5:30 ਵਜੇ ਰਜਿਸਟਰੀ ਹੋ ਜਾਂਦੀ ਕੰਪਨੀ ਦੀ, ਚੋਰੀ ਛੁਪੇ। ਅਗਲੇ ਦਿਨ ਅਸੀਂ ਜਾਂਦੇ ਹਾਂ, ਸਾਰੇ ਮੁੱਕਰ ਜਾਂਦੇ ਆ। DC ਵੀ ਸਾਨੂੰ ਕੋਈ ਹੱਥ ਨਹੀਂ ਫੜਾ ਰਿਹਾ ਸੀਗਾ। ਤਾਂ ਕਹਿੰਦਾ ਕੰਪਨੀ ਨੂੰ ਬੰਦ ਕਰਾਉਣ ਦੇ ਵਿੱਚ ਲੇਬਰ ਡਿਪਾਰਟਮੈਂਟ ਦਾ, ਵਿੱਤ ਜਿਹੜੇ ਆਪਣੇ ਬਲਵੀਰ ਸਿੰਘ ਸਿੱਧੂ ਹੈਗੇ, ਠੀਕ ਹੈ ਜੀ, ਇਹਨਾਂ ਬੰਦਾ ਬਹੁਤ ਤਕੜਾ ਰੋਲ ਹੈ। ਇਹਨਾਂ ਬੰਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਬੰਦਿਆਂ ਦਾ ਵੀ ਕਹਿਣ ਸਕੈਮ ਦੇ ਵਿੱਚ ਬਹੁਤ ਬੜਾ ਹੱਥ ਹੈ ਮੋਨਾਪੁਰੀ ਦਾ। ਦੇ ਵਿੱਚ ਇਹਨਾਂ ਮੰਤਰੀਆਂ ਦਾ, ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤੁਹਾਨੂੰ ਕਿਉਂ ਲੱਗਦਾ ਹੈ ਕਿ ਮਿਲੀ ਭੁਗਤ ਇਹਨਾਂ ਦੀ ਵੀ ਹੈ ਸਿੱਧੇ ਤੌਰ ਤੇ? ਸਰ ਸਾਡੇ ਕੋਲ ਇੰਨੇ ਸਬੂਤ ਹੋਣ ਦੇ ਬਾਵਜੂਦ ਵੀ SSP ਨੇ ਸਾਡੇ 12 ਬੰਦੇ ਸੀ ਕੰਪਲੇਂਟ ਲਿਖੇ ਹੋਏ ਆ, ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਹੈਗੀ। ਅੱਜ ਵੀ ਇਦਾਂ ਹੀ ਰੋੜੇ। ਇਹ ਸਾਗਰ ਸਾਹਿਬ ਦੇ ਤੇ ਮੋਨਾਪੁਰੀ ਦੇ ਤੇ ਜੋ ਵੀ ਪ੍ਰਸ਼ਾਸਨ ਦੇ ਵਿੱਚ ਆਪਣਾ ਇਨਵੋਲਵ ਹੈਗਾ, ਉਹਨਾਂ ਦੇ ਉੱਪਰ ਕਾਰਵਾਈ ਹੋਏ, FIR ਹੋਵੇ ਤੇ 1500 ਵਰਕਰ ਨੂੰ ਇਨਸਾਫ ਦਿਵਾਇਆ ਜਾਏ। ਇਹ 1500 ਵਰਕਰ ਇਨਸਾਫ ਚਾਹੁੰਦਾ, ਜਿਸ ਦੇ ਵਿੱਚੋਂ ਬਹੁਤ ਸਾਰੇ ਵਰਕਰ ਉਹ ਨੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋਏ ਔਰ ਆਪਣੀ ਜਾਨ ਗਵਾ ਚੁੱਕੇ ਨੇ। ਬਾਈ ਜੀ, ਮੈਂ ਤੁਹਾਡੇ ਤੋਂ ਅਖੀਰ ਵਿੱਚ ਇਹ ਜਾਨਣਾ ਚਾਹੁੰਦਾ ਕਿ ਹੁਣ ਤੱਕ ਜੋ ਤੁਹਾਡੇ ਨਾਲ ਹੱਡ ਬੀਤੀ ਹੁੰਦੀ ਰਹੀ, ਤੁਸੀਂ ਸਾਰੇ ਪਾਸੇ ਜਾ ਕੇ ਵੇਖ ਲਿਆ, ਹੁਣ ਤੁਹਾਨੂੰ ਇਨਸਾਫ ਦੀ ਕੁਝ ਕਿਰਨ ਮੌਜੂਦ ਨਜ਼ਰ ਆਉਂਦੀ ਹੈ ਵੀ ਹੁਣ ਕਿਤੇ ਨਾ ਕਿਤੇ ਸਾਡੀ ਨੌਕਰੀ ਵਾਪਸ ਆਏਗੀ, ਅਸੀਂ ਕੋਈ ਵੀ ਹੋਰ ਜਿਹੜੇ ਨਿੱਕੇ ਮੋਟੇ ਕੰਮ ਕਰ ਰਹੇ ਉਸ ਤੋਂ ਖਹਿੜਾ ਛੁੱਟੂਗਾ? ਦੇਖੋ ਜੀ, ਜਿਹੜੀ ਹੁਣ ਇਹ ਇੰਡਸਟਰੀ ਮੰਤਰੀ ਜਿਹਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੂੰ FIR ਕੀਤੀ, ਦੇਖੋ ਜੀ, ਇਹ ਮੇਨ ਸੀ ਜਿਨ੍ਹਾਂ ਕੋਲ ਅਸੀਂ ਇੰਨੀਆਂ ਲੈਟਰਾਂ ਦਿੱਤੀਆਂ। ਉਸ ਟਾਈਮ ਇਹ ਕਾਰਵਾਈ ਕਰਦੇ ਤਾਂ ਮਸ਼ੀਨਾਂ ਵਿਕਣੀਆਂ ਨਹੀਂ ਸੀ। ਕਾਨੂੰਨ ਹੈ, ਬਿਨਾਂ ਇੰਡਸਟਰੀ ਡਿਪਾਰਟਮੈਂਟ ਤੋਂ ਕੋਈ ਮਸ਼ੀਨ ਨੂੰ ਡਿਸਮੈਂਟਲ ਨਾ ਵੇਚ ਹੀ ਨਹੀਂ ਸਕਦੇ ਸੀ। ਜਦ ਐਡੇ ਵੱਡੇ ਮੰਤਰੀ ਨੂੰ ਹੱਥ ਪਾਇਆ ਤੇ ਸਾਡੇ ਵੀ ਉਮੀਦਾਂ ਜੱਗੀਆਂ ਤੇ ਸਾਡੇ MLA ਸਾਹਿਬ, ਇਹਨਾਂ ਦੀ ਲੈਟਰ ਦਾ ਹੋਇਆ, ਸਤਨਾਮ ਦਾਊ ਜੀ, ਫੁੱਲਰਾਜ ਜੀ ਸਾਡੇ ਨਾਲ। ਇਹ ਬੰਦਿਆਂ ਨੇ ਹੁਣ ਸਾਨੂੰ ਵਿਸ਼ਵਾਸ, ਪਹਿਲਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੀਆਂ, ਇੰਨੀਆਂ ਲੈਟਰਾਂ ਪਾਈਆਂ,
ਕੋਈ ਆਈਐਸ ਜਦ ਮੰਤਰੀ ਵਿਕੇ ਹੋਏ ਸੀ ਅਸੀਂ ਕਿੱਥੇ ਜਾਂਦੇ? ਸਾਨੂੰ ਤਾਂ ਜਾ ਕੇ ਠੰਡਾ ਪਾਣੀ ਪਿਲਾ ਦੇਣਾ, ਚਾਹ ਪਿਲਾ ਦੇਣੀ, ਅਸੀਂ ਦੇਖਣਾ ਹੀ ਮੰਤਰੀ ਸਾਡੇ ਨਾਲ ਆ। ਪਰ ਇਹ ਕੀ ਪਤਾ ਅੰਦਰੋਂ ਇਹਨਾਂ ਦੀ ਨਜ਼ਰ। ਹੁਣ ਵੀ ਜਾ ਕੇ ਤੁਸੀਂ ਇਹਨਾਂ ਦੀ ਇਨਕੁਆਇਰੀ ਕਰੋ, ਇੱਥੇ ਤੁਹਾਨੂੰ ਮੰਤਰੀਆਂ ਦੇ ਪਲਾਟ ਮਿਲਣਗੇ। 101% ਗਰੰਟੀ ਆ ਜੀ। ਕਿਹੜੇ ਆਈਐਸ ਅਫਸਰ ਨੂੰ ਅਸੀਂ ਨਹੀਂ ਮਿਲੇ? ਇੰਡਸਟਰੀ ਡਿਪਾਰਟਮੈਂਟ ਦੀ ਜਿਹੜੀ ਆਈਐਸ ਬੀਨੀ ਮਹਾਜਨ ਨੂੰ ਵੀ ਮੈਂ 2 ਵਾਰ ਮਿਲਿਆ ਜਾ ਕੇ ਕਿ ਜੀ ਹੋ ਰਿਹਾ ਇਹ ਕਾਨੂੰਨ ਆ ਕਿ ਮਸ਼ੀਨਾਂ ਨਹੀਂ ਕੱਢ ਸਕਦੇ ਹੋ, ਵੇਚ ਨਹੀਂ ਸਕਦੇ। ਉਹ ਡਿਸਮੈਂਟਲ ਕਰਕੇ ਉਹਨਾਂ ਨੂੰ ਵੇਚ ਰਹੇ ਨੇ, ਨਾ ਕੋਈ ਗਵਰਨਮੈਂਟ ਤੋਂ ਪਰਮਿਸ਼ਨ ਆ ਨਾ ਕੁਛ ਆ। ਉਲਟਾ ਸਾਨੂੰ ਕਹਿਣ ਲੱਗ ਗਏ, ਕਹਿੰਦੇ ਤੁਹਾਡੇ ਵਰਗੇ ਬੰਦਿਆਂ ਕਰਕੇ ਪੰਜਾਬ ਵਿੱਚ ਫੈਕਟਰੀਆਂ ਨਹੀਂ ਚੱਲਦੀਆਂ, ਤੁਹਾਡੇ ਵਰਗੇ ਬੰਦੇ ਉਰੇ ਗੁੰਡਾਗਰਦੀ ਕਰ ਰਹੇ ਨੇ। ਅਸੀਂ ਇਹਨਾਂ ਗਰੀਬਾਂ ਲਈ ਲੜ ਰਹੇ, ਸਾਨੂੰ ਉਲਟਾ ਕਰਕੇ ਉੱਥੋਂ ਇਹਨਾਂ ਨੂੰ ਸਾਨੂੰ ਬੇਸ ਕੱਢਿਆ ਗਿਆ ਜੀ। ਤੁਹਾਡੀ ਨਜ਼ਰ 'ਚ ਫਿਰ ਗੁੰਡਾਗਰਦੀ ਕੌਣ ਕਰ ਰਿਹਾ ਸੀ? ਗੁੰਡਾਗਰਦੀ ਜੀ ਉੱਪਰ ਹੀ ਇਹਨਾਂ ਨੂੰ, ਜਦ ਜਿਹੜਾ ਮੰਤਰੀ ਦੇ ਨੀਚੇ ਸਭ ਤੋਂ ਉੱਪਰ ਮੰਤਰੀ ਹੁੰਦਾ, ਉਸ ਤੋਂ ਨੀਚੇ ਆਈਐਸ ਹੁੰਦਾ ਵਾ। ਜਦ ਇਹਨਾਂ ਦੇ ਉੱਪਰ ਇਹਨਾਂ ਦੇ ਉਹ ਅਸੀਂ ਹੱਥ ਨੀਚੇ ਵਾਲਿਆਂ ਨੇ ਕੀ ਕਰਨਾ ਸੀਗਾ? ਉਹ ਤਾਂ ਇੱਕ ਜਾਈਦਾ ਆਪਣਾ ਡਿਸਪੈਚ ਨੰਬਰ, ਡੈਰੀ ਨੰਬਰ ਸਾਨੂੰ ਦੇ ਦਿੰਦੇ ਆ। ਕੋਈ ਆਰਟੀਆਈ ਪਾਲ ਉਹਦਾ ਨਹੀਂ ਜਵਾਬ ਦਿੰਦੇ। ਹੁਣ ਜਦੋਂ ਪਲਾਟ ਮਿਲਿਆ ਮੇਰੇ ਕੋਲ ਐਡਾ ਦੱਥਾ ਜੀ ਇਹਨਾਂ ਨੂੰ ਕਿ ਕਿੱਦਾਂ ਪਲਾਟ ਬਚਿਆ, ਮੈਨੂੰ ਕਾਗਜ਼ ਦਿਓ। ਹਰ ਵਾਰੀ ਇਹ ਕਹਿੰਦੇ ਤੁਹਾਨੂੰ ਤਾਂ ਤੁਸੀਂ ਥਰਡ ਪਾਰਟੀ ਹੋ, ਤੁਹਾਨੂੰ ਅਸੀਂ ਆਰਟੀਆਈ ਦਾ ਕੋਈ ਜਵਾਬ ਨਹੀਂ ਦੇ ਸਕਦੇ। ਤੁਹਾਨੂੰ ਫਿਰ ਇਹ ਪਤਾ ਲੱਗਿਆ ਅਖੀਰ ਦੇ ਵਿੱਚ ਜਦੋਂ ਵੀ ਜਿਹੜੀ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਕਿ ਫੈਕਟਰੀ ਬੰਦ ਕਰਨ ਤੋਂ ਬਾਅਦ ਜੇ ਪਲਾਟ ਵੇਚਿਆ ਗਿਆ ਤੇ ਮੁਨਾਫੇ ਕਿੰਨੇ ਹੋਏ ਔਰ ਕੌਣ-ਕੌਣ ਖਾ ਗਿਆ ਮੁਨਾਫੇ? ਹੁਣ ਦੇਖੋ ਜੀ 121 ਕਰੋੜ ਦੀ ਰਜਿਸਟਰੀ ਆ ਜਿਹੜੀ ਹੋਈ ਆ, ਰਜਿਸਟਰੀ ਸਾਡੇ ਕੋਲ ਪਈ ਆ। ਉਸ ਤੋਂ ਬਾਅਦ 12 ਪਲਾਟਾਂ ਦੀ ਪਰਮਿਸ਼ਨ ਆ, ਪਿੱਛੇ 5 ਲਗਾ ਕੇ 125 ਕਰ ਦਿੱਤਾ ਗਿਆ। 125 ਪਲਾਟ ਬਣਾ ਦਿੱਤੇ ਗਏ। ਫਿਰ ਉਹ ਦੇਖ ਲਓ 4-4 ਕਰੋੜ ਦਾ ਇੱਕ ਪਲਾਟ ਵਿਕ ਰਿਹਾ। 125 ਨੂੰ ਤੁਸੀਂ 4 ਕਰੋੜ ਤੇ ਕਰੋ, ਕਿੱਥੇ ਜਾਂਦਾ? ਉਹ 700 ਕਰੋੜ ਦਾ ਕਪਲਾ ਸ਼ਹਿਰਾਂ ਸਾਹਮਣੇ ਆ ਰਿਹਾ ਜੀ। ਤਾਂ ਇੱਕ ਬਹੁਤ ਵੱਡਾ ਸਕੈਮ ਕਹਿ ਲੋ, ਧਾਂਦਲੀ ਕਹਿ ਲੋ, ਘਪਲਾ ਕਹਿ ਲੋ, ਇਹ ਗੜਬੜ ਜਿਹੜੇ ਵੀ ਕਰਨ ਵਾਲੇ ਸੀ ਉਹਨਾਂ ਦੇ ਉੱਤੇ ਕਾਰਵਾਈ ਜੋ ਹੋਣੀ ਚਾਹੀਦੀ ਸੀ ਇੱਕ ਇੱਕ ਕਰਕੇ ਹੁਣ ਹੋਵੇਗੀ। ਇਹਨਾਂ ਨੂੰ ਉਮੀਦ ਵੱਜੀ ਆ ਕਿ ਹੁਣ ਸਰਕਾਰ ਬਦਲਣ ਦੇ ਨਾਲ ਸਾਡੇ ਦਿਨ ਵੀ ਬਦਲਣਗੇ। ਇਹਨਾਂ ਨੂੰ 1500 EMPLOYEES ਨੂੰ ਧੱਕੇ ਦੇ ਨਾਲ ਜਬਰਨ ਸਾਈਨ ਕਰਾ ਕੇ, ਦਸਤਖਤ ਕਰਾ ਕੇ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਹਾਲਾਂਕਿ ਦਾਅਵੇ ਕੀਤੇ ਗਏ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਿ ਅਸੀਂ ਬਾਹਰਲੀਆਂ ਕੰਪਨੀਆਂ ਨੂੰ ਇਨਵੈਸਟਮੈਂਟ ਕਰਨ ਦੇ ਲਈ ਪੰਜਾਬ 'ਚ ਸੱਦੇ ਦੇ ਰਹੇ ਹਾਂ, ਪਰ ਉਲਟਾ ਹੋ ਰਿਹਾ। ਇਸ ਦੇ ਬਹਾਨੇ ਨਵਿਆਂ ਨੂੰ ਰੁਜ਼ਗਾਰ ਕੀ ਦੇਣਾ ਸੀ, ਪਹਿਲਾਂ ਵਾਲਿਆਂ ਤੋਂ ਵੀ ਰੁਜ਼ਗਾਰ ਖੋਹਣ ਦੀਆਂ ਕੋਸ਼ਿਸ਼ਾਂ ਹੋਈਆਂ। ਹੁਣ ਦੇਖਦੇ ਹਾਂ ਕਿ ਇਨਸਾਫ ਇਹਨਾਂ ਪੀੜਤਾਂ ਨੂੰ ਕਦੋਂ ਮਿਲਦਾ। ਫਿਲਹਾਲ ਸਾਡੀ ਕੋਸ਼ਿਸ਼ ਹੈ ਕਿ ਇਸ ਮਸਲੇ ਦੀ ਤਹਿ ਤੱਕ ਜਾਇਆ ਜਾਵੇ। ਜਿਹੜਾ ਵੀ ਇਨਵੋਲਵ ਸੀ, ਜਿਸ ਦੇ ਵਿੱਚ ਚਾਹੇ ਮੰਤਰੀ ਹੋਵੇ, ਸੰਤਰੀ ਹੋਵੇ, IAS ਅਧਿਕਾਰੀ ਹੋਣ, ਸਾਰਿਆਂ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।